ਹੈਲੋ ਫਰੈਂਡਸ, ਅੱਜ ਦੀ ਇਸ ਵੀਡੀਓ 'ਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਦੀ ਇਸ ਵੀਡੀਓ ਦਾ ਸਾਡਾ ਟੌਪਿਕ ਹੈ ਕੁਐਸਚਨ ਆਨਸਰ ਸੀਰੀਜ਼ ਦਾ ਨੈਕਸਟ ਐਪੀਸੋਡ, 5th ਐਪੀਸੋਡ ਹੈ ਇਹ। ਹਰ ਇੱਕ ਸੰਡੇ ਮੈਂ ਮੇਰੀ ਆਡੀਅנס ਦੇ ਵਿੱਚੋਂ, ਪਬਲਿਕ ਦੇ ਵਿੱਚੋਂ ਜਿਹੜੇ ਲੋਕ ਕੁਆਇਰੀਜ਼, ਕੁਐਸਚਨਸ, ਕੋਈ ਡਿਸਕਸ਼ਨਸ ਮੇਰੇ ਨਾਲ ਕਰਦੇ ਨੇ, ਉਹਨਾਂ ਦੇ ਡਾਊਟਸ ਨੇ ਜਾਂ ਲਾਈਫ ਦੀਆਂ ਪ੍ਰੋਬਲਮਸ ਸ਼ੇਅਰ ਕਰਦੇ ਨੇ, ਉਹਦਾ ਸਲਿਊਸ਼ਨ ਦੇਣ ਦੀ ਕੋਸ਼ਿਸ਼ ਕਰਦਾ। ਅੱਜ ਦੀ ਇਸ ਵੀਡੀਓ 'ਚ ਵੀ ਅਸੀਂ ਇਹੀ ਕਰਾਂਗੇ। ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ। ਸਭ ਤੋਂ ਪਹਿਲਾ ਕੁਐਸਚਨ ਹੈ ਜਿਹੜਾ ਪੁੱਛਿਆ ਗਿਆ, ਕਿਹੜੀ ਕੰਪਨੀ ਦਾ ਟਰਮ ਪਲਾਨ ਬਾਈ ਕੀਤਾ ਜਾਵੇ ਸਰ। ਮੈਂ ਇੰਸ਼ੋਰੈਂਸ ਨਾਮ ਤੋਂ ਇੱਕ ਪਲੇਲਿਸਟ ਬਣਾਈ ਹੋਈ ਹੈ ਜਿਸ ਦੇ ਵਿੱਚ ਪੂਰੀਆਂ 18 ਵੀਡੀਓਜ਼ ਬੜੀ ਮਿਹਨਤ ਨਾਲ ਰਿਕਾਰਡ ਕੀਤੀਆਂ। ਇਹ ਸਾਰੀਆਂ ਗੱਲਾਂ ਦਾ ਜਵਾਬ ਉਹਨਾਂ ਵੀਡੀਓ 'ਚ ਹੈ। ਪਲੇਲਿਸਟ ਦਾ ਲਿੰਕ ਆਈ ਬਟਨ 'ਚ ਆ ਰਿਹਾ, ਤੁਸੀਂ ਜਾਓ ਤੇ ਉਸ ਪਲੇਲਿਸਟ ਦੇ ਵਿੱਚ ਆਪਣੇ ਕੰਮ ਦੀ ਵੀਡੀਓ ਦੇਖੋ ਜਾਂ ਸਾਰੀਆਂ ਵੀਡੀਓਜ਼ ਨੂੰ ਦੇਖੋ, ਤਾਂ ਤੁਸੀਂ ਇੰਸ਼ੋਰੈਂਸ ਬਾਰੇ A to Z to A ਸਾਰੀ ਨੌਲੇਜ ਗੇਨ ਕਰ ਸਕੋਗੇ। ਆਪਣੇ ਲਈ ਛੱਡੋ, ਦੂਸਰਿਆਂ ਨੂੰ ਵੀ ਸੁਜੈਸਟ ਕਰ ਸਕੋਗੇ, ਗਾਈਡ ਕਰ ਸਕੋਗੇ। ਇੱਥੇ ਵੀ ਮੈਂ 1 ਮਿੰਟ ਦੇ ਵਿੱਚ ਬਰੀਫਲੀ ਤੁਹਾਨੂੰ ਦੱਸ ਦਿੰਦਾ। ਹਰ ਇੱਕ ਸਾਲ IRDA ਜਿਹੜੀ ਰੈਗੂਲੇਟਰੀ ਬੋਡੀ ਇੰਡੀਅਨ ਗਵਰਨਮੈਂਟ ਦੀ, ਜਿਹੜੀ ਇੰਸ਼ੋਰੈਂਸ ਕੰਪਨੀਜ਼ ਨੂੰ ਰੈਗੂਲੇਟ ਕਰਦੀ ਹੈ, ਉਹਨਾਂ ਲਈ ਰੂਲਸ ਬਣਾਉਂਦੀ ਹੈ, ਉਹਨਾਂ ਦੀ ਇੰਸਪੈਕਸ਼ਨ ਕਰਦੀ ਹੈ, ਉਹਨਾਂ ਦੇ ਆਡਿਟਸ ਦੇਖਦੀ ਹੈ, ਉਹ ਵੱਖਰੇ ਫਾਈਨੈਂਸ਼ੀਅਲ ਰੇਸ਼ੋਜ਼ ਰਿਲੀਜ਼ ਕਰਦੀ ਹੈ। ਉਹਨਾਂ ਰੇਸ਼ੋਜ਼ ਦੀ ਕੰਪੈਰੇਟਿਵ ਸਟੱਡੀ ਕਰਕੇ ਡਾਟਾ ਸਟੈਟਿਕਸ ਕੀ ਸੁਜੈਸਟ ਕਰਦੇ, ਕੀ ਇੰਡੀਕੇਟ ਕਰਦੇ। ਮੈਂ ਇੱਕ ਵੀਡੀਓ ਬਣਾਈ ਹੋਈ ਹੈ ਜਿਹਦੇ 'ਚ ਇੰਡੀਆ ਦੀਆਂ ਟੌਪ 3 ਰੈਂਕ 1 2 3 ਇੰਸ਼ੋਰੈਂਸ ਕੰਪਨੀਆਂ ਲੱਭੀਆਂ ਔਰ ਤੁਹਾਨੂੰ ਦੱਸੀਆਂ। ਉਸ ਦੇ ਅਨੁਸਾਰ ਤੁਸੀਂ ਆਪਣੇ ਲਈ ਪਹਿਲੀਆਂ 3 ਚੋਂ ਕਿਸੇ ਵੀ ਕੰਪਨੀ ਤੋਂ ਟਰਮ ਇੰਸ਼ੋਰੈਂਸ ਬਾਈ ਕਰ ਸਕਦੇ ਹੋ। ਤਿੰਨੋਂ ਬਹੁਤ ਵਧੀਆ ਕੰਪਨੀ, ਅੱਛੀ ਉਹਨਾਂ ਦੀ ਫਾਈਨੈਂਸ਼ੀਅਲ ਹੈਲਥ ਹੈ, ਅੱਛੇ ਉਹਨਾਂ ਦੇ ਰੇਸ਼ੋਜ਼ ਨੇ, ਜੋ ਵੀ ਪੈਰਾਮੀਟਰਸ ਨੇ ਇਹ ਸਿਲੈਕਟ ਕਰਨ ਲਈ ਕਿ ਕਿਹੜੀ ਕੰਪਨੀ ਵਧੀਆ, ਉਹ ਉਹਨਾਂ ਸਾਰਿਆਂ ਨੂੰ ਸਪੋਰਟ ਕਰਦੀਆਂ। ਤਾਂ ਤੁਸੀਂ ਉਹ ਵੀਡੀਓ ਨੂੰ ਜਾ ਕੇ ਦੇਖੋ ਅਤੇ ਉੱਥੋਂ ਆਪਣੇ ਲਈ ਪਹਿਲੀਆਂ 3 ਚੋਂ ਜਿਹੜੀ ਵੀ ਤੁਹਾਨੂੰ ਕੰਪਨੀ ਵਧੀਆ ਲੱਗੇ ਉਸ ਦਾ ਟਰਮ ਇੰਸ਼ੋਰੈਂਸ ਹੈ ਜਿਹੜਾ ਉਹ ਬਾਈ ਕਰ ਸਕਦੇ ਹੋ। ਲੇਕਿਨ ਮੇਰੀ ਇਹ ਹੰਬਲ ਐਡਵਾਈਸ ਹੈ ਤੁਹਾਨੂੰ ਕਿ ਹੈਲਥ ਇੰਸ਼ੋਰੈਂਸ ਅਤੇ ਟਰਮ ਇੰਸ਼ੋਰੈਂਸ ਜ਼ਰੂਰ ਖਰੀਦ ਲਓ ਆਪਣੇ ਲਈ। ਅੱਜ ਦੇ ਸਮੇਂ 'ਚ ਇਹ ਨੀਡ ਆਫ ਆਰ ਹੈ, ਸਮੇਂ ਦੀ ਇਹ ਮੰਗ ਹੈ ਕਿ ਅਸੀਂ ਵਾਈਜ਼ਲੀ, ਸਮਝਦਾਰੀ ਦੇ ਨਾਲ, ਸਹੀ ਸਮੇਂ 'ਤੇ ਜਿੰਨੀ ਜਲਦੀ ਹੋ ਸਕਦਾ ਹੈ ਦੋਨੋਂ ਖਰੀਦ ਲਈ। ਅਗਲਾ ਕੁਐਸਚਨ ਬੜਾ ਹੀ ਸੀਰੀਅਸ ਕੁਐਸਚਨ ਹੈ, ਬੜਾ ਮਹੱਤਵਪੂਰਨ ਕੁਐਸਚਨ ਹੈ। ਹਾਊ ਟੂ ਹੈਂਡਲ ਡਿਫੀਕਲਟ ਸਿਚੁਏਸ਼ਨਸ। ਵੀਡੀਓ ਨੂੰ ਅਖੀਰ ਤੱਕ ਤੁਸੀਂ ਪੂਰਾ ਦੇਖਣਾ ਹੈ ਤਾਂ ਕਿ ਤੁਸੀਂ ਇਹੋ ਜਿਹੀਆਂ ਔਖੀਆਂ, ਟਿਪੀਕਲ, ਕੰਪਲੈਕਸ ਗੱਲਾਂ ਨੂੰ ਵੀ ਸਮਝ ਸਕੋ ਜਿਹੜੀਆਂ ਸਾਨੂੰ ਕਿਤਾਬਾਂ ਨਹੀਂ ਸਮਝਾਉਂਦੀਆਂ, ਸਾਡਾ ਸਿਲੇਬਸ ਨਹੀਂ ਸਮਝਾਉਂਦਾ, ਸਾਡੀ ਜਿਹੜੀ ਰਸਮੀ ਸਿੱਖਿਆ, ਫਾਰਮਲ ਐਜੂਕੇਸ਼ਨ ਸਕੂਲਾਂ ਕਾਲਜਾਂ 'ਚ ਅਸੀਂ ਪੜ੍ਹਦੇ ਹਾਂ, ਉਹ ਇਹਨਾਂ ਦਾ ਆਨਸਰ ਨਹੀਂ ਦਿੰਦੀ। ਉੱਥੇ ਸਾਨੂੰ ਇਹ ਕੁਝ ਸਿੱਖਣ ਨੂੰ ਨਹੀਂ ਮਿਲਦਾ। ਉਹਨਾਂ ਦੀਆਂ ਗੱਲਾਂ ਕਰਾਂਗੇ। ਹਾਊ ਟੂ ਹੈਂਡਲ ਡਿਫੀਕਲਟ ਸਿਚੁਏਸ਼ਨਸ। ਆਈ ਵੁੱਡ ਲਾਈਕ ਟੂ ਸੇ ਯੂ ਕੈਨ ਹੈਂਡਲ ਡਿਫੀਕਲਟ ਸਿਚੁਏਸ਼ਨਸ ਬਾਏ ਬੀਇੰਗ difficult to be broken, by being difficult to be defeated। ਜੇਕਰ ਸਾਡੀ ਸਿਚੁਏਸ਼ਨ ਬਹੁਤ ਡਿਫਿਕਲਟ ਹੈ, ਬੜੀ ਕੰਪਲਿਕੇਟਡ ਹੈ, ਬੜੀ ਚੈਲੰਜਿੰਗ ਹੈ, ਤਾਂ ਅਸੀਂ ਉਹਨੂੰ ਕਿਵੇਂ ਫੇਸ ਕਰ ਸਕਦੇ ਹਾਂ। ਅਸੀਂ ਇਹੋ ਜਿਹੇ ਬਣ ਜਾਈਏ ਕਿ ਉਹ ਸਿਚੁਏਸ਼ਨ ਚਾਹੇ ਡਿਫਿਕਲਟ ਹੈ ਤਾਂ ਅਸੀਂ ਵੀ ਇੰਨੇ ਡਿਫਿਕਲਟ ਹੋ ਜਾਈਏ ਕਿ ਸਾਨੂੰ ਕੋਈ ਹਰਾ ਨਾ ਸਕੇ, ਸਾਨੂੰ ਕੋਈ ਤੋੜ ਨਾ ਸਕੇ, ਸਾਨੂੰ ਕੋਈ ਡਿਪਰੈਸ ਨਾ ਕਰ ਸਕੇ, ਸਾਨੂੰ ਕੋਈ ਫਰਸਟ੍ਰੇਟ ਨਾ ਕਰ ਸਕੇ, ਸਾਨੂੰ ਕੋਈ ਕੁਇਟ ਨਾ ਕਰਾ ਸਕੇ। ਉਨੀ ਦੇਰ ਤੱਕ ਅਸੀਂ ਡਿਫਿਕਲਟ ਚੀਜ਼ਾਂ ਨੂੰ ਹੈਂਡਲ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਅਸੀਂ ਈਜ਼ੀ ਟੂ ਬੀ ਬ੍ਰੋਕਨ, ਈਜ਼ੀ ਟੂ ਬੀ ਡਿਫੀਟਡ ਹਾਂ। ਤਾਂ ਇਹਦਾ ਇਹੀ ਮੰਤਰ ਹੈ। ਜੇ ਸਿਚੁਏਸ਼ਨ ਡਿਫਿਕਲਟ ਹੈ ਤਾਂ ਸਾਨੂੰ ਹਰਾਉਣਾ ਵੀ ਡਿਫਿਕਲਟ ਬਣਾ ਦਿਓ, ਫਿਰ ਸਾਨੂੰ ਤੋੜਨਾ ਵੀ ਡਿਫਿਕਲਟ ਬਣਾ ਦਿਓ। ਤੁਸੀਂ ਜ਼ਰੂਰ ਉਸ ਨੂੰ ਗੋ ਥਰੂ ਹੋ ਜਾਓਗੇ ਸਕਸੈਸਫੁਲੀ, ਪੀਸਫੁਲੀ। ਔਰ ਬਾਰ-ਬਾਰ ਮੈਂ ਲਗਭਗ ਹਰ ਇੱਕ ਵੀਡੀਓ 'ਚ ਗੱਲ ਕਰਦਾ ਕਿ ਮੈਂਟਲੀ ਸਟਰੋਂਗ ਬਣੋ, ਇਮੋਸ਼ਨਲੀ ਮੈਚਿਓਰ ਬਣੋ, ਸਟੇਬਲ ਰਹਿਣ ਦੀ ਕੋਸ਼ਿਸ਼ ਕਰੋ, ਬੈਲੈਂਸ ਰਹਿਣ ਦੀ ਕੋਸ਼ਿਸ਼ ਕਰੋ। ਸਾਡੇ 'ਚ ਇੱਕ ਕਾਮਨ ਪ੍ਰੋਬਲਮ ਹੈ, ਇੱਕ ਹਿਊਮਨ ਟੈਂਡੈਂਸੀ ਹੈ ਕਿ ਅਸੀਂ ਓਵਰ ਰਿਐਕਟ ਕਰਦੇ ਹਾਂ। ਕੋਈ ਛੋਟੀ ਜਿਹੀ ਖੁਸ਼ੀ ਵਾਲੀ ਗੱਲ ਹੋਈ, ਓਵਰ ਐਕਸਾਈਟਮੈਂਟ, ਖੁਸ਼ੀ 'ਚ ਨੱਚਣ ਕੁੱਦਣ ਛਾਲਾਂ ਮਾਰਨ ਲੱਗਦੇ ਹਨ, ਐਕਸਾਈਟਮੈਂਟ 'ਚ ਹੀ ਕਈ ਗਲਤੀਆਂ ਕਰਦੇ ਨੇ। ਕਈ ਇਹੋ ਜਿਹੇ ਐਕਸ਼ਨ, ਇਹੋ ਜਿਹੇ ਡਿਸੀਜਨ, ਇਹੋ ਜਿਹੇ ਸਟੈਪਸ ਲੈ ਲੈਂਦੇ ਆ ਜਿਹੜੇ
ਸਾਨੂੰ ਨਹੀਂ ਲੈਣੇ ਚਾਹੀਦੇ। ਜੇਕਰ ਸੋਚ ਸਮਝ ਕੇ ਲੈਣੇ ਹੋਣ ਤਾਂ ਅਸੀਂ ਨਹੀਂ ਲਵਾਂਗੇ, ਲੇਕਿਨ ਖੁਸ਼ੀ 'ਚ ਲੈ ਲੈਣ। ਔਰ ਜਦੋਂ ਹੀ ਸਾਨੂੰ ਲਾਈਫ ਦੇ ਵਿੱਚ ਕੋਈ ਔਡਸ ਫੇਸ ਕਰਨੇ ਪੈਂਦੇ, ਡਿਫਿਕਲਟ ਟਾਈਮ ਫੇਸ ਕਰਨਾ ਪੈਂਦਾ, ਉਦੋਂ ਇੰਨੇ ਨਿਰਾਸ਼ ਹਤਾਸ਼ ਹੋ ਜਾਂਦੇ ਹਾਂ, ਹਾਰ ਮੰਨ ਲੈਂਦੇ ਹਾਂ, ਡਿਪਰੈਸਡ ਹੋ ਜਾਂਦੇ ਹਾਂ, ਪੈਨਿਕ 'ਚ ਆ ਜਾਂਦੇ ਹਾਂ, ਤਰ੍ਹਾਂ ਤਰ੍ਹਾਂ ਦੇ ਫੀਅਰ, ਫੋਬੀਆ, ਸਟਿਗਮਸ ਦੱਬ ਲੈਂਦੇ ਆ ਮੈਂਟਲੀ ਆ ਕੇ, ਸਾਨੂੰ ਕੁਇਟ ਕਰ ਜਾਂਦੇ ਹਾਂ, ਗਿਵ ਅਪ ਕਰ ਦਿੰਦੇ ਹਾਂ, ਰੋਣਾ ਧੋਣਾ ਸ਼ੁਰੂ ਕਰ ਲੈਂਦੇ ਹਾਂ। ਇਹ ਵੀ ਓਵਰ ਰਿਐਕਸ਼ਨ ਹੈ। ਕੋਈ ਵੀ ਸਿਚੁਏਸ਼ਨ ਇੰਨੀ ਜ਼ਿਆਦਾ ਡਿਫਿਕਲਟ ਨਹੀਂ ਹੁੰਦੀ, ਇੰਨੀ ਜ਼ਿਆਦਾ ਖਰਾਬ ਨਹੀਂ ਹੁੰਦੀ ਜਿੰਨੇ ਖਰਾਬ ਅਸੀਂ ਰਿਐਕਸ਼ਨ ਦਿੰਦੇ ਹਾਂ। ਤਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈ। ਨੈਵਰ ਟਰਾਈ ਟੂ ਓਨ ਔਰ ਟੂ ਕੰਟਰੋਲ ਐਨੀਥਿੰਗ ਇਨ ਦਿਸ ਵਰਲਡ ਔਨ ਦ ਪਲੈਨਟ। ਐਕਸਟਰਨਲ ਵਰਲਡ ਦੇ ਵਿੱਚ ਤੁਸੀਂ ਕੁਝ ਵੀ ਓਨ ਨਹੀਂ ਕਰਦੇ। ਜੇ ਤੁਹਾਨੂੰ ਕੋਈ ਮਿਸਅੰਡਰਸਟੈਂਡਿੰਗ ਹੈ, ਗਲਤ ਫਹਿਮੀ ਹੈ ਕਿ ਮੈਂ ਓਨ ਕਰਦਾ, ਤਾਂ ਆਈ ਵੁੱਡ ਲਾਈਕ ਟੂ ਸੇ congratulations to you, but I know about myself that I don't own anything and I never want to control anything worldly. ਜੇ ਤੁਸੀਂ ਇਸ ਤਰ੍ਹਾਂ ਦੇ ਬਣ ਜਾਓਗੇ, ਪੀਸ ਆਫ ਮਾਈਂਡ, ਕੌਨਫੀਡੈਂਸ ਸਕਾਈ ਹਾਈ, ਕੋਈ ਪ੍ਰੋਬਲਮ ਨਹੀਂ ਹੈ। ਰਿਐਲਿਟੀ ਨੂੰ ਸਮਝੋ, ਫੈਕਟਸ ਨੂੰ ਸਮਝੋ। ਅਸੀਂ ਕੁਝ ਓਨ ਨਹੀਂ ਕਰਦੇ, ਕੁਝ ਕੰਟਰੋਲ ਨਹੀਂ ਕਰ ਸਕਦੇ। ਅਸੀਂ ਕੀ ਕੰਟਰੋਲ ਕਰ ਸਕਦੇ ਹਾਂ? ਆਪਦੇ ਰਿਐਕਸ਼ਨਸ ਨੂੰ, ਆਪਣੇ ਐਕਸ਼ਨਸ ਨੂੰ, ਆਪਣੇ ਮਾਈਂਡ ਨੂੰ, ਆਪਣੀ ਇੰਟਰਨਲ ਚੀਜ਼ਾਂ ਨੂੰ, ਉੱਤੇ ਫੋਕਸ ਕਰੋ। ਗਲਤੀ ਅਸੀਂ ਕਿੱਥੇ ਕਰਦੇ ਹਾਂ? ਜੋ ਕੁਝ ਸਾਨੂੰ ਕਰਨਾ ਚਾਹੀਦਾ ਅਸੀਂ ਉਸ ਤੋਂ 100% ਉਲਟ ਕਰ ਰਹੇ ਹਾਂ ਸਭ ਕੁਝ। ਅਸੀਂ ਆਪਣੇ ਰਿਐਕਸ਼ਨਸ ਨੂੰ ਕੰਟਰੋਲ ਨਹੀਂ ਕਰਨਾ, ਅਸੀਂ ਆਪਣੇ ਐਕਸ਼ਨਸ ਨੂੰ ਕੰਟਰੋਲ ਨਹੀਂ ਕਰਨਾ, ਆਪਣੇ ਇਮੋਸ਼ਨਸ ਨੂੰ ਕੰਟਰੋਲ ਨਹੀਂ ਕਰਨਾ, ਇਮੈਚੁਰ ਨਹੀਂ ਬਣਨਾ, ਮੈਂਟਲੀ ਸਟਰੋਂਗ ਨਹੀਂ ਬਣਨਾ। ਅਸੀਂ ਬਾਹਰਲੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਸਾਡੇ ਘਰੇ, ਫੈਮਿਲੀ 'ਚ, ਆਂਢ ਗੁਆਂਢ 'ਚ, ਦੋਸਤੇਦਾਰਾਂ 'ਚ, ਰਿਸ਼ਤਿਆਂ ਦੇ ਵਿੱਚ, ਸਾਡੇ ਬਿਜ਼ਨਸ ਦੇ ਵਿੱਚ, ਸਾਡੀ ਜੌਬ ਦੇ ਵਿੱਚ ਉਹੀ ਕੁਝ ਹੋਵੇ ਜੋ ਸਾਨੂੰ ਪਸੰਦ ਹੈ। ਯਾਨੀ ਅਸੀਂ ਬਾਹਰਲੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ। ਸਾਰੇ ਇਨਸਾਨ ਉਹੋ ਜਿਹੇ ਹੋਣ ਜਿਹੇ ਜਿਹੇ ਮੈਨੂੰ ਪਸੰਦ ਹੈ, ਉਹੋ ਜਿਹੀਆਂ ਘਟਨਾਵਾਂ ਵਾਪਰਨ ਜੋ ਮੈਨੂੰ ਸੂਟ ਕਰਦੀਆਂ, ਉਹੋ ਜਿਹਾ ਕੁਝ ਬਿਲਕੁਲ ਨਾ ਹੋਵੇ ਜੋ ਮੈਨੂੰ ਸੂਟ ਨਹੀਂ ਕਰਦਾ। ਇਹਦਾ ਮਤਲਬ ਕਿ ਸਾਰਾ ਕੁਝ ਅਸੀਂ ਕੰਟਰੋਲਡ ਮੈਨਰਸ ਦੇ ਵਿੱਚ ਚਾਹੁੰਦੇ ਹਾਂ। ਇਟ ਇਜ਼ ਨੋਟ ਗੋਇੰਗ ਟੂ ਹੈਪਨ ਐਟ ਆਲ, ਐਵਰ, ਨੈਵਰ। ਸੋ ਟਰਾਈ ਟੂ ਲਰਨ and try to accept these facts, these ground realities, and try to introspect yourself. Try to do self-realization. Try to control yourself. Try to control your mind. Try to be aware. Try to be conscious. ਇੱਥੇ ਸਾਨੂੰ ਫੋਕਸ ਕਰਨਾ, ਜਿਹਦੇ ਵੱਲ ਸਾਡਾ ਜ਼ੀਰੋ ਧਿਆਨ ਹੈ। ਸਾਡਾ ਪੂਰਾ ਜ਼ੋਰ ਬਾਹਰਲੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਤੇ, ਬਾਹਰਲੀਆਂ ਚੀਜ਼ਾਂ ਨੂੰ ਓਨ ਕਰਨ ਤੇ, ਬਾਹਰਲੀਆਂ ਚੀਜ਼ਾਂ ਨੂੰ ਪੋਜੈਸ ਕਰਨ ਤੇ ਲੱਗਿਆ ਹੋਇਆ। ਅਸੀਂ ਜਿੰਨੀ ਮਰਜ਼ੀ ਚੂਹਾ ਦੌੜੀ ਚੱਲੀਏ, ਉਹਨਾਂ ਦੇ ਪਿੱਛੇ ਪਿੱਛੇ ਭੱਜੇ ਫਿਰੀ, ਕਦੇ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਕਦੇ ਉਹਨਾਂ ਨੂੰ ਓਨ ਨਹੀਂ ਕਰ ਸਕਦੇ। ਉਹ ਚੀਜ਼ਾਂ ਸਾਡੇ ਤੋਂ ਪਹਿਲਾਂ ਵੀ ਐਗਜ਼ਿਸਟ ਕਰਦੀਆਂ ਸੀ, ਸਾਡੇ ਤੋਂ ਬਾਅਦ ਵੀ ਕਰਦੀਆਂ ਨੇ। ਬਾਅਦ ਤੋਂ ਭਾਵ ਮੌਤ ਤੋਂ ਬਾਅਦ ਅਲਟੀਮੇਟ ਜਿਹੜਾ ਸਾਡਾ ਡੈਸਟੀਨੇਸ਼ਨ ਹੈ ਸਾਰਿਆਂ ਦਾ। ਤਾਂ ਬਚੋ ਇਸ ਗੱਲ ਤੋਂ। ਆਪਣਾ ਫੋਕਸ ਪੁਆਇੰਟ A ਐਕਸਟਰਨਲ ਤੋਂ ਹਟਾ ਕੇ ਪੁਆਇੰਟ B ਇੰਟਰਨਲ ਤੇ ਲੈ ਆਓ। ਪ੍ਰੋਬਲਮਸ ਉਸ ਦਿਨ ਹੀ ਸੋਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਸ ਤੇ ਕਦੇ ਡਿਟੇਲਡ, ਡੈਡੀਕੇਟਡ ਸੈਪਰੇਟ ਵੀਡੀਓ ਵੀ, ਕਿਉਂਕਿ ਬੜਾ ਸੈਂਸਿਟਿਵ, ਬੜਾ ਡੀਪ, ਬੜਾ ਵਾਈਡ ਟੌਪਿਕ ਹੈ, ਸੈਪਰੇਟ ਵੀਡੀਓ ਵਿੱਚ ਮੈਂ ਬਣਾਉਣ ਦੀ ਕੋਸ਼ਿਸ਼ ਕਰੂੰਗਾ। ਅਗਲਾ ਕੁਐਸਚਨ, ਹਾਊ ਮਚ ਮਨੀ ਸ਼ੁੱਡ ਵੀ ਸਪੈਂਡ ਟੂ ਬਾਈ ਅ ਹਾਊਸ ਫॉर आवर फैमिली? Very intelligent question. I would like to say congratulate to you. ਇਸ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ ਬੜੇ ਸਮਝਦਾਰ ਵਿਅਕਤੀ ਪੁੱਛ ਸਕਦੇ, ਕਿਉਂਕਿ ਕਾਮਨ ਮੈਨ ਹੈ, ਜਿਹੜਾ ਕਾਮਨ ਪਰਸਨ ਹੈ, ਕਾਮਨ ਹਿਊਮਨਸ ਨੇ, ਉਹਨਾਂ ਦਾ ਸੁਪਨਾ ਹੀ ਬਹੁਤ ਵੱਡਾ ਘਰ, ਬੜਾ ਸੋਹਣਾ ਘਰ, ਬੜਾ ਸਟਾਈਲਿਸ਼ ਘਰ, ਬੜਾ ਮਾਡਰਨ ਘਰ, ਬੜਾ ਮਹਿੰਗਾ ਘਰ। ਇਹੋ ਜਿਹੇ ਕਨਸੈਪਟ ਹੈ ਉਹਨਾਂ ਦੇ ਦਿਮਾਗ 'ਚ। ਜਦ ਬਹੁਤ ਸਾਰੇ ਲੋਕ ਤਾਂ ਘਰ ਨੂੰ ਜਾਇਦਾਦ ਸਮਝਦੇ, ਐਸੈਟ ਸਮਝਦੇ ਕਿ ਮੇਰਾ ਇੰਨੇ ਪੈਸਿਆਂ ਦਾ ਘਰ ਹੈ। ਮਾਫ ਕਰਨਾ, ਜੇਕਰ ਅਸੀਂ ਫਾਈਨੈਂਸ਼ੀਅਲ ਲਿਟਰੇਟ ਆ, ਥੋੜ੍ਹੀ ਬਹੁਤੀ ਵੀ ਫਾਈਨਾਂਸ ਦੀ ਸਮਝ ਰੱਖਦੇ ਹਾਂ, ਤਾਂ ਇਹ ਸਾਰੀਆਂ ਗੱਲਾਂ ਬਿਲਕੁਲ ਵੀ ਵੈਲਿਡ ਨਹੀਂ ਹੈ, ਜਾਇਜ਼ ਨਹੀਂ ਹੈ, ਰਾਈਟ, ਕਰੈਕਟ ਨਹੀਂ ਹੈ। ਇਹ ਸਭ ਕੁਛ ਗਲਤ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਆਪਣੇ ਦਿਮਾਗ ਦੇ ਵਿੱਚ ਤਸਵੀਰਾਂ ਬਣਾ ਰੱਖੀਆਂ, ਪਰਸੈਪਸ਼ਨਸ ਬਣਾ ਰੱਖੀ। ਬਰੀਫਲੀ ਇਨ ਅ ਨਟਸ਼ੈਲ
मैं तुहानूं कहना चाहूँगा कि जिहड़ा घर है वो तो लाइबिलिटी है, इट इज़ नॉट एन एसेट, इट इज़ अ लाइबिलिटी। तो ये ज़्यादा पैसे खर्च करने बिल्कुल भी समझदारी नहीं है। हुण एक थंब रूल मैं तुहानूं देण लग्या, एक फार्मूला देण लग्या जिहदे नाल तुसीं सारे व्यक्ति जां कोई भी व्यक्ति अपने लिए डिसाइड कर सकदा कि उन्हें घर का बजट कितना रखना है, किहो जिहा घर बनाउणा है जां खरीदना है। किसी भी व्यक्ति की जो टोटल नैटवर्थ होंगी है, जां जे तुसीं फैमिली च रहिंदे हो, सिंगल नहीं हो, तो फैमिली की नैटवर्थ कढ लो, क्योंकि घर दे पूरी फैमिली ਲਈ है, तुसीं इकल्ले थोड़ी रहना, सारे परिवार ने रहना। ठीक है जी, पूरी नैटवर्थ कढ लो और उस नैटवर्थ का सिर्फ 10% अमाउंट है जिहड़ी ਉਹ ਤੁਸੀਂ घर प्लस कार दो चीज़ों पर रला के खर्च कर सकते हो। इन्नी थोड़ी अमाउंट लानी असीं, क्योंकि दोनों लाइबिलिटीज़ ने, दोनों डेप्रीशिएटिंग एसेट्स ने, दोनों की कीमत घटती है, दोनों पुराने होंगे, खराब होंगे, रिपेयर करवाने पैंदे आ, पेंट करवाने पैंदे आ, सर्विस करवानी पैंदी है, मेनटेनेंस कॉस्ट बहुत है और दोनों तो कोई इनकम नहीं आती। दोबारा रिपीट कर देना मैं, क्योंकि स्टैटिक्स की गल है, कई व्यक्तियों को छेती समझ नहीं आती है, भुल जाते हैं। अपनी टोटल नैटवर्थ है जी वो कैलकुलेट करो। नैटवर्थ कैलकुलेट करने का फार्मूला है, पहला अपने एसेट्स की लिस्ट बनाओ, एसेट्स की लिस्ट की वैल्यू कढो, उन्होंने ऐड कर लो, सारे ने जोड़ कर लो, वो फिर अपनी लाइबिलिटीज़ लिखो, लाइबिलिटीज़ की अमाउंट बना लो, टोटल जोड़ कर लो। एसेट्स वाले जोड़ के विचों लाइबिलिटीज़ का जो टोटल उन्होंने माइनस कर दो, घटा दो, जो कुछ बच गया दैट इज योर प्योर नीट एंड क्लीन नैटवर्थ। हुण उहदा 10% कढ लो। उदाहरण लिए मैं दे देना, किसी व्यक्ति की नैटवर्थ जेकर 1 करोड़ रुपया है तो उसनूं घर प्लस कार दोनों 10 लाख दियां लैणियां चाहिए। मान लो 5-6 लाख का घर है, 2 लाख की 3 लाख की कार है, वो 7-8 लाख का घर है, फिर तो सही है, नहीं तो वह नुकसान करा रहा अपना। वह पैसा ग्रो नहीं कर सकूगा, वो कदे भी ज़्यादा पैसे नहीं कमा सकूगा, कदे भी अपनी नैटवर्थ को वधा नहीं सकूगा, कदे भी अपनी इनकम को वधा नहीं सकूगा, खर्चे दब लेने। हुण कई व्यक्ति सोचणगे सर 10 लाख के घर ते कार दोनों कित्थों आ जाणगे, तो उन्होंने मैं दसना चाहना, समझाना चाहना बड़ी निम्रता के नाल। मेरा सुझाव है, मेरी सलाह है, मननी ना मननी तुहाडी मर्जी है, तुसीं मेरे नालों ज़्यादा सियाणे हो, वधिया लगे मनो, नहीं तो सुनो डस्टबिन च सुट दो। 1 करोड़ तो नैटवर्थ नूं वधा लो, घर ज़्यादा चाहिए 2 करोड़ बना लो, तो तुहाडा घर ते कार लई बजट 20 लाख बन जूगा। तुसीं होर वधाउणा चाहुंदे हो, नैटवर्थ 3 करोड़ कर लो, मेहनत करो, किसी तरीके नाल एसेट्स बनाओ, जिन्ने एसेट्स वध होणगे नैटवर्थ वध जूगी। 5 करोड़ कर लो, तुहाडा घर ते कार का बजट वध के 50 लाख हो जाऊगा। 10 करोड़ कर लो, तुहाडा घर ते कार का बजट 1 करोड़ बन जूगा। कुछ करो तो सही ना, ये नहीं कि धक्के नाल जबरदस्ती पैसे घर ते कार ते खरीद दो, खरीदण ते लगा दो, फिर वो लॉन्ग टर्म सानू बड़ा नुकसान है। उसका एक चक्रव्यूह है, घूमण घेरी है कर्जिਆਂ की, घाटे की, जिस असीं फस जाएंगे और बर्बाद हो जावांगे। तो बचना सी। हाँ जी, इसकी नैटवर्थ बहुत ही थोड़ी है, घर महंगे है, मैनूं पता है, कोशिश करो कार तो बिना सार लो, पूरे का पूरा 10% घर ही लगा लो, जो नैटवर्थ वधूगी कार उदों खरीद ली। सानूं कोई काली थोड़ी है, दुनिया खत्म थोड़ी होने लगी है, कारां खत्म थोड़ी होने लगी हैं कि मुड़ के मिलनी नहीं है। आने वाले समय च इस तो भी वधिया, इस तो भी वधिया फीचर वाली लेटेस्ट स्टाइलिश कार आउणगीਆਂ, उदों खरीद ली। अपनी इनकम नूं और अपने नैटवर्थ नूं वधाउण दी कोशिश करो। जेकर तुसीं इस थंब रूल नूं फॉलो करोगे, जिंदगी च कदे भी फाइनैशियल प्रॉब्लम्स नूं फेस करने तुहानूं कोई दिक्कत नहीं आऊगी। मैं नहीं कहा फाइनैशियल प्रॉब्लम्स नहीं आउणगीਆਂ, आ सकदियां ड्यू टू सम अनअवॉइडेबल रीजनस, लेकिन तुसीं उन्हां नूं सक्सैसफुली फेस करने पाओगे। दैट इज द थिंग आई सेट। नैक्सट क्वेश्चन, लाइफ लई फाइनैशियल प्लानिंग किवें करिए? हुणी जिहड़ा मैं आंसर दे के रहा, इट इज़ अ पार्ट ऑफ फाइनैशियल प्लानिंग। चैनल के उपर एक वीडियो अवेलेबल है, जिस चैनल पर आप गल कर रहे हैं इसे ते प्लेलिस्ट का नाम है फिनांस, उस 10-12 वीडियोज़ अवेलेबल ने। उस परसनल फाइनैशियल प्लानिंग की होंदी है, इसकी की लोड़ है, इसकी की महत्ता है, जां कोई फाइनैशियल प्लान का सैंपल, ये सारा कुछ अवेलेबल है। लिंक उपर आई बटन 'च आ रहा है। इस वीडियो को पूरा देखने तो बाद तुसीं उस लिंक को टच करो,
डिस्क्रिप्शन भी मैं लिंक दे दूंगा और उन्होंने वीडियोज़ में देखो ताकि तुसी जिहड़ी परसनल फाइनैशियल प्लान के बेसिक्स में समझ सको। अगे एडवांस लैवल दी वीडियोज़ उस लिस्ट च आने वाले समय मैं शामिल करूँगा। ऐसे हफ्ते च आने वाले 5-7 दिनों एक दो वीडियोज़ जिहड़ियां तुहानूं मिलणगियां जिहदे च परसनल फाइनैशियल प्लानिंग का पूरा प्रोसीजर पूरे स्टैप्स ए तो लैके जड़ तक किवें कीतियां ने मैं सारी डिटेल तुहाडे नाल साझी करूँगा। वो वीडियोज़ भी तुसीं जरूर देखियो। फिर तुसीं खुद ही अपने लिए या किसी की मदद के नाल जिहड़ा व्यक्ति इस गल की नॉलेज रखता है अपने घर लिए अपनी जिंदगी लिए फाइनैशियल प्लानिंग कर सकोगे और वधिया कर सकोगे, सक्सैसफुली कर सकोगे। नैक्सट क्वेश्चन, हाउ टू डू सेविंग। ये भी परसनल फाइनैशियल प्लानिंग का ही मैटर उसे दी टॉपिक है। बहुत सारे व्यक्ति की शिकायत रहिंदी है, तुसीं भी सुनिया होना, मेरे को रोज़ ही लोग इहो जिहियां गल्लां करदे कि सर गल्लां तुसीं वधिया करदे हो लेकिन असीं इहनूं अप्लाई नहीं कर पाउंदे, साडे कोल तां कुछ बचदा ही नहीं है। बई जिस तरीके नाल तुसीं काम करदे हो, जिस तरीके नाल तुसीं घर परिवार जिंदगी चलाउने हो, जिस तरीके नाल तुसीं कमाउने हो, जो तुहाडी सोच है, परसैप्शन है, तुहाडा पॉइंट ऑफ व्यू है, उस हिसाब नाल तां कदे भी नहीं कुछ बचना है। जिवें मैं हर एक टॉपिक दे कहना कि जो असीं कर रहे हैं उस तो 100% उल्टा करन दी लोड़ है। विद रीजनिंग विद लॉजिक्स मैं तुहानूं गल्लां एक्सप्लेन भी करदा, ये भी करूँगा। तां तुसीं गल नूं पुट्ठा घुमा देना। असीं की करते हैं, सब तो पहला अपन इच्छावां ते पैसा कढ़दे। मैनू लैपटॉप लैन मन कर रहा, मैनू कपड़े बनाने को मन कर रहा, मैनू मोबाइल सोहना लैन मन कर रहा, मेरी कार सोहनी लैन मन कर रहा, सब तो पहला उत्ते भज के पैसे खर्च करते हैं, चाहे कर्जा चुकीए, लोन लईए, जो मर्जी करिए। उस तो बाद असीं घर दी बेसिक नीड्स ते पैसा खर्चते हैं क्योंकि रोटी कपड़ा मकान जो भी है बिना सरदा नहीं। चाहे किराए ते घर च रहीए, चाहे आपदा बनाइए खरीदिए, जो मर्जी करिए। फिर असीं सेविंग बारे सोचते हैं तो बचना की है, कुछ भी नहीं बचता क्योंकि इच्छावां तो अनगिनत ने, वो पूरियां नहीं होंदियां, राजे महाराजा दी नहीं पूरियां होंदियां। तो इनू उल्टा घुमा देना सी। इच्छावां असीं सब तो पहला पूरियां करन दी बजाय अखीर ते ले जानी है। सेविंग अखीर ते सी उहनूं असीं नंबर 1 ते लिआउणा। सब तो पहला असीं सेविंग करनी है 10 तो 30%। फिर असीं बेसिक पैसा इनकम सेविंग च लगा देनी 10 तो 30%। फिर असीं जिहड़ा हैगा आपदियां बेसिक नीड्स पूरियां करनियां, फिर असीं इच्छावां वास्ते करना। पूरी डिटेल से ये भी एक वीडियो आ रही है, 5-7 दिनों अवेलेबल हो जूगी, अपलोड मैं कर दूंगा। तुसीं उसनूं पूरी डिटेल च देखना है, खीर शुरू तो लैके खीर तक तुसीं पूरी गल समझ जाओ। मोटी मोटी गल संखेप च मैं तुहानूं हुण भी दसदी। अज दी इस वीडियो च मैं इन्ने की प्रश्न लै सकिया। कृपा करके तुसीं भी किसी भी वीडियो के कमेंट सैक्शन दे विच जां जिहड़ी मैं पोस्ट पाना कि प्रश्न पूछो क्वेश्चन आंसर सीरीज़ के लिए, उस दे विच वध तो वध क्वेश्चन पूछो। तुहाडी लाइफ नाल रिलेटेड कोई भी गल है, जिन्नी कि मेरी तुच्छ सीमित समझ है, मेरा लाइफ का वर्क एक्सपीरियंस है, जिंदगी का अनुभव है, काम का अनुभव है, मैं उस दे आधार पर तुहानूं उहदा हल सुझाव सलाह देने की कोशिश करूँगा। और मैनूं यकीन है कि बहुत हद तक आपां कामयाब हो जाएंगे क्योंकि कोई मेरे लिए नवीं गल नहीं है। इस तो पहला भी मेरी रूटीन प्रैक्टिस है, वीडियोज़ बनाने तो पहला भी मैं बड़े सालों में करता रहा। आपकी जिंदगी च आपके परिवार लिए भी, आपके दोस्तों मित्रों रिश्तेदारों लिए, आपके आंडियां गुआढ़ियां लिए बड़े समय तो मैं करता रहा। तो बड़े अच्छे रिजल्ट आए, बहुत सारिया जिंदगियां नूं असीं बदल सकीए। तुसीं भी अपनी जिंदगी बदल सकते हो। इस चीज़ के नाल चंगी तरह चिप जो पकड़ के रखो। और कोई भी क्वेश्चन पूछो। एक क्वेश्चन मैनूं आया सी, उहदा अगले अज टाइम की थोड़ी मैनूं शॉर्टेज है, किते बाहर जाना, अगले संडे मैं आंसर देने की कोशिश करूँगा। स्टॉक मार्केट बारे वो क्वेश्चन सी, शेयर मार्केट बारे। शेयर मार्केट नाल संबंधित भी तुसीं कोई भी क्वेश्चन पूछ सकते हो। मैं डेफिनेटली श्योरली उसका बड़ा वैलिड बड़ा लॉजिकल आंसर देने की कोशिश करूँगा। इहो जिहा प्लेटफॉर्म बड़ा औखा है जिथे लाइफ के सारे एस्पैक्ट ते हर एक पार्ट की आपां गल कर सकते हैं। तो तुसीं कोई भी क्वेश्चन पूछ सकते हो। कृपा करके मेरे चैनल को सबसक्राइब करो, लाइक करो, शेयर करो। चैनल बारे, मेरी वीडियोज़ बारे अपने दोस्तों मित्रों रिश्तेदार आंडियां गुआढ़ियां नाल गल करो। उन्होंने चैनल सबसक्राइब करने लई कहो, उन्होंने वीडियोज़ शेयर करो, उन्होंने लिंक भेजो, व्हाट्सएप राही भेजो, फेसबुक राही भेजो, जिमें भी तुसीं भेज सकते हो। जो कोई तुहाडे कोल है तो उन्होंने कह के वीडियो दिखाओ ताकि वो भी आप मदद कर सकीए। वध तो वध लोग इस एक्सपीरियंस तो, इस इन्फॉर्मेशन तो, इस नॉलेज तो लाभ लै सकन। थैंक यू।